हाँ जी भाजी। नमस्ते भाजी। नमस्ते जी। ਭਾਜੀ ਮੈਂ ਤੁਹਾਡੇ ਨਾਲ ਜਦੋਂ ਤੱਕ ਆਡੀਅנס ਜੁੜਦੀ ਹੈ ਮੈਂ ਆਪਣਾ ਇੱਕ ਵਿਚਾਰ ਦੇਣਾ ਚਾਹਨਾ, ਫਿਰ ਤੁਸੀਂ ਆਪਣੀ ਗੱਲ ਰੱਖਣਾ। बिल्कुल। ਮੈਂ ਇੱਕ ਗੱਲ ਸ਼ਾਰਟ ਜੀ ਤੁਹਾਨੂੰ ਦੱਸਣਾ ਚਾਹਨਾ। ਇੱਕ ਛੋਟੀ ਜੀ 2 ਮਿੰਟ ਦੀ ਸਟੋਰੀ ਹੈ। ਇੱਕ ਰਾਜੇ ਦੇ ਪੈਰ ਦੇ ਵਿੱਚ हम्म। ਇੱਕ ਕਹਿੰਦੇ ਕੰਡਾ ਚੁਭ ਗਿਆ। हम्म। ਉਹਦੇ ਜਿਹੜੇ ਸਲਿੱਪਾ ਸਲਾਹਕਾਰ ਸੀਗੇ, हम्म। ਸਲਿੱਪਾ ਸਲਾਹਕਾਰ ਸੀਗੇ, ਉਹਨਾਂ ਨੇ ਉਹਨੂੰ ਕਿਹਾ ਕਿ ਅਸੀਂ ਧਰਤੀ ਨੂੰ ਨਾ ਚਮੜੇ ਨਾਲ ਢੱਕ ਦਿੰਨੇ ਆ, हम्म। ਕਿ ਜੀ ਚਮੜੇ ਨਾਲ ਢੱਕ ਦਿੰਨੇ ਆ ਤੇ ਤੁਹਾਨੂੰ ਕਦੀ ਪੈਰ ਤੇ ਕੰਡਾ ਨਹੀਂ ਚੁੱਭੇਗਾ। हम्म। ਤੇ ਸਾਰਿਆਂ ਨੇ ਮਿਲ ਕੇ ਕਿਹਾ ਕਿ ਬਈ ਇਦਾਂ ਨਹੀਂ ਹੋ ਸਕਦਾ, ਇਹ ਤੇ ਧਰਤੀ ਤੇ ਜੇ ਹੋ ਗਿਆ ਤੇ ਬੀਜੇਗਾ ਕਿੱਦਾਂ ਕੋਈ ਚੀਜ਼। ਤੇ हम्म। ਉਹਨਾਂ ਨੇ ਰਿਕੁਐਸਟ ਕੀਤੀ ਸਾਰਿਆਂ ਨੇ ਮਿਲ ਕੇ, ਤੇ ਉਹਨਾਂ ਨੇ ਫਿਰ ਉਹਨੂੰ ਕਿਹਾ, ਜਿਹੜੇ ਉਹਨਾਂ ਦੇ ਸਲਾਹਕਾਰ ਸੀਗੇ ਰਾਜੇ ਦੇ, ਉਹਨਾਂ ਨੇ ਫਿਰ ਉਹਨਾਂ ਨੂੰ ਇੱਕ ਨਵੀਂ ਸਲਾਹ ਦਿੱਤੀ ਕਿ ਆਪਾਂ ਇਦਾਂ ਕਰਦੇ ਆ, ਮਿੱਟੀ ਅਲੱਗ ਕਰ ਦਿੰਦੇ ਆ ਤੇ ਕੰਡੇ ਅਲੱਗ ਕਰ ਦਿੰਦੇ ਆ, ਕਦੀ ਵੀ ਸੈਰ ਕਰੂਗਾ ਰਾਜਾ ਤੇ ਇਹਦਾ ਪੈਰ ਨਹੀਂ ਚੁੱਭੂਗਾ, ਪੈਰ 'ਚ ਚੁੱਭੂਗੀ ਨਹੀਂ। हम्म। ਉਹਨਾਂ ਨੇ ਜਦੋਂ ਸ਼ੁਰੂ ਕੀਤੀ ਭਾਜੀ, ਘੱਟਾ ਮਿੱਟੀ ਇੰਨੀ ਉੱਡੀ ਕਿ ਲੋਕਾਂ ਬਿਮਾਰ ਹੋ ਗਏ, ਖਾਂਸੀ ਜ਼ੁਕਾਮ ਫੈਲ ਗਿਆ, ਉਹਨਾਂ ਨੂੰ ਰੋਕਣਾ ਪਿਆ। ਰਾਜੇ ਨੂੰ ਕਿਹਾ, ਰਾਜਾ ਜੀ ਇਹ ਪਲੀਜ਼ ਹਟ ਜਾਓ, ਤੁਸੀਂ ਇਹ ਕੀ ਕਰਦੇ ਪਏ ਹੋ? ਅਗਰ ਜੇ ਤੁਸੀਂ ਇਹ ਕਰੋਗੇ ਤੇ ਲੋਕ ਬਿਮਾਰ ਹੋ ਜਾਣਗੇ। हम्म। ਜਿਹੜੇ ਉਹਨੇ ਬਹੁਤ ਲੱਖਾਂ ਦੇ ਐਕਸਪਰਟਸ ਰੱਖੇ ਸੀਗੇ, ਆਫੀਸਰਸ ਰੱਖੇ ਸੀ, ਜਿੱਦਾਂ ਅੱਜ ਕੱਲ ਮੰਤਰੀ ਨੇ, ਮੰਤਰੀਆਂ ਦੇ ਅੱਗੇ ਆਫੀਸਰਸ ਨੇ, ਸਲਾਹਕਾਰ हम्म। ਜਿਹੜੇ ਕੋਵਿਡ ਦੇ ਵਿੱਚ ਉਹਨਾਂ ਨੂੰ ਸਲਾਹ ਦਿੰਦੇ ਇਦਾਂ ਕਰੋ ਇਦਾਂ ਕਰੋ। ਮੈਂ ਉਹਦੇ ਨਾਲ ਕੋਰਿਲੇਟ ਕਰ ਰਿਹਾ ਗੱਲ। मैं बिल्कुल समझ ਤੀਸਰੀ रहा थोड़ी गल। ਤੀਸਰੀ ਸਲਾਹ ਉਹਨਾਂ ਨੇ ਦਿੱਤੀ ਇੱਕ ਕਿਸੇ ਨੇ, ਕਿ ਇਦਾਂ ਕਰੋ ਆਪਾਂ ਧਰਤੀ ਨੂੰ ਧੋ ਦਿੰਨੇ ਆ, ਧਰਤੀ किसी ਨੂੰ ने ਧੋ आ नहीं ਦਿੰਨੇ किया ਆ। कि ਮੈਂ राजा साहब तुम आप ही बूट पा लो, नंगे पैरी क्यों घूमते। ਹਾਂਜੀ, ਹੁਣ ਮੈਂ ਇੱਕ ਦੱਸਦਾ। ਤੇ ਉਹਨੇ ਕੀ ਕੀਤਾ ਕਿ ਜਦੋਂ ਇੱਥੇ ਕੋਰਿਲੇਟ ਕਰ ਰਿਹਾ ਗੱਲ ਨੂੰ, ਜਦੋਂ ਧੋਣ ਵਾਲੀ ਗੱਲ ਚੱਲੀ ਤਾਂ ਉਹਨਾਂ ਨੇ ਕਿਹਾ ਨਹੀਂ, ਇਹ ਤੇ ਸੁੱਕ ਜਾਏਗਾ, ਬੁਰਾ ਹਾਲ ਹੋ ਜਾਏਗਾ। ਤੁਹਾਡੇ ਮੇਰੇ ਵਰਗੇ ਨੇ ਕਿਸੇ ਨੇ ਜਾ ਕੇ ਰਾਜਾ ਜੀ ਲਈ ਇੱਕ ਜੁੱਤੀ ਬਣਾ ਕੇ ਉਹਦੇ ਪੈਰਾਂ 'ਚ ਧਰਤੀ ਕਿ ਭਾਜੀ ਸਰ ਇਹਨਾਂ ਦੇ ਮੂੰਹ ਤੇ ਮਾਰਨੀ ਚਾਹੀਦੀ ਇੱਕ ਮਿੰਟ ਅੱਜ ਦੇ ਟਾਈਮ। ਸੁਣੋ ਸੁਣੋ। ਤੇ ਉਹ ਚੱਪਲ ਜਦੋਂ ਉਹਨਾਂ ਨੂੰ ਪਵਾਈ, ਤੇ ਜਿਹੜੇ ਜਿਹੜੇ ਉਹਨਾਂ ਦੇ ਸਲਾਹਕਾਰ ਸੀ ਨਾ, ਜਿਹੜੇ ਆਥੋਰਾਈਜ਼ਡ ਸਲਾਹਕਾਰ ਸੀਗੇ, ਜਿਹੜੇ ਜਿੰਨਾ ਘੁੰਮਣ ਘੇਰੀ ਪਾਣਗੇ, ਜਿੰਨਾ ਕੰਪਲਿਕੇਟਿਡ ਕਰਨਗੇ, ਜਿੰਨਾ ਰਾਤੋਂ ਰਾਤ ਪੇਸ਼ੈਂਟ ਹੋ ਰਹੇ ਆ, ਰਾਤੋਂ ਰਾਤ ਠੀਕ ਹੋ ਰਿਹਾ, ਉਹ ਜਿਹੜਾ ਉਸ ਇਨਫਰਾਸਟ੍ਰਕਚਰ ਦੇ ਵਿੱਚੋਂ ਉਸ ਚੀਜ਼ ਦਾ ਬੈਨੀਫਿਟ ਲੈ ਰਹੇ ਨੇ, ਲੱਖਾਂ ਕਰੋੜਾਂ ਰੁਪਈਆ ਉੱਪਰ ਥੱਲੇ ਹੋ ਰਿਹਾ ਹੈ, ਉਹ ਜਿਹੜਾ ਚਮੜਾ ਜਿਹੜਾ ਹੈ ਉਹ ਨਹੀਂ ਚੜਾਣਗੇ ਤੇ ਕਿੱਦਾਂ ਹੋਊਗਾ? ਅੱਜ ਅੱਜ ਸਰਕਾਰ ਕਹਿ ਰਹੀ ਹੈ, ਮੇਰੀ ਕਿਸੇ ਆਫੀਸਰ ਨਾਲ ਗੱਲ ਹੋਈ, ਮੈਂ ਭਾਜੀ ਨਾਮ ਮੈਂ ਨਹੀਂ ਲੈ ਤੁਹਾਨੂੰ ਵਿੱਚ ਸਕਦਾ। ਕੱਟਣ ਲੱਗਾ, ਆਈ ਐਮ ਐਕਸਟ੍ਰੀਮਲੀ ਸੌਰੀ। ਹਾਂ ਮੈਂ ਤੁਹਾਨੂੰ ਵਿੱਚ ਹਾਂ ਕੱਟਣ ਹਾਂ ਲੱਗਾ ਵੀ ਚਲੋ ਹਾਂ ਸਲਾਹਕਾਰ ਮਾੜੇ, ਰਾਜਾ ਆਪ ਵੀ ਮੂਰਖ ਹੈ। ਭਾਜੀ ਮੂਰਖ, ਬਿਲਕੁਲ ਮੂਰਖ ਹੈ। ਉਹਨੇ ਜਿਹੜੀ ਜੁੱਤੀ, ਜਦੋਂ ਇਹੀ ਮੈਂ ਤੁਹਾਨੂੰ ਦੱਸਣ ਲੱਗਾ ਸੀਗਾ ਕਿ ਜਿਹੜੀ ਲੌਬੀ ਸੀਗੀ, ਜਿਹੜੇ ਬੜੇ ਇੰਟੈਲੀਜੈਂਟ ਲੋਕਾਂ ਦੀ, ਜਿਹੜੇ ਜਿਹਨੂੰ ਉਹ ਰਾਜਾ ਦੇ ਨੇ ਕਨਵਿੰਸ ਕੀਤਾ ਹੋਇਆ ਸੀਗਾ ਰਾਜਾ ਨੂੰ ਕਿ ਤੂੰ ਸਾਡੇ ਵਰਗਾ ਸਲਾਹਕਾਰ ਨਹੀਂ, ਸਾਡੇ ਵਰਗਾ ਵਧੀਆ ਬੰਦਾ ਨਹੀਂ, ਉਹਨਾਂ ਨੇ ਉਹਦੀ ਬੁੱਧੀ ਘੁਮਾਈ। ਉਹ ਵੀ ਇਨਸਾਨ ਹੈ, ਰਾਜਾ ਵੀ ਗਲਤ ਹੈ। ਇੱਥੇ ਰਾਜਾ ਦੀ ਵੀ ਅਕਲ ਸਮਝ ਹੋਣੀ ਚਾਹੀਦੀ ਹੈ ਕਿ ਮੈਂ ਕਿਹਦਾ ਸਾਥ ਦੇਵਾਂ, ਮੈਂ ਕਿਹਦਾ ਨਾ ਦੇਵਾਂ। ਉਹਨੇ ਜੁੱਤੀ ਪਵਾਉਣ ਵਾਲੇ ਨੂੰ ਸਜ਼ਾ ਦੇਤੀ, ਮਗਰ ਜਿਹੜੇ ਉਹਨੂੰ ਕੰਪਲਿਕੇਟਿਡ ਕਰ ਰਹੇ ਸੀਗੇ ਉਹਨੂੰ ਸਜ਼ਾ ਨਹੀਂ ਦਿੱਤੀ। ਸੋ ਅੱਜ ਸਰ ਸਾਡੀਆਂ ਪਤਾ ਕੀ ਸਰਕਾਰਾਂ ਹੈ, ਮੈਂ ਉਹੀ ਤੇ ਵੀ ਗੱਲ ਇਹੀ ਕਰਦਾ ਹਾਲ ਹੈ। ਪਿਆ। ਮੈਂ ਉਹੀ ਗੱਲ ਕਰਦਾ ਵੀ ਜਦੋਂ ਕਿਸੇ ਬਾਰੇ ਗੱਲ ਕਰੋ ਲੋਕੀ ਕਹਿੰਦੇ ਵੀ, ਹੁਣ ਮੈਨੂੰ ਥੱਲੇ ਕਿਸੇ ਨੇ ਪੁੱਛਿਆ 20 ਲੱਖ ਕਰੋੜ ਕਿੱਥੇ ਗਿਆ, ਮੈਂ ਜਦੋਂ ਕਿ ਪਿਛਲੇ 20 ਮਿੰਟ ਤੋਂ ਇਹੀ ਭੌਂਕੀ ਜਾਂਦਾ ਕਿ ਸਾਰੇ ਚੋਰ ਨੇ। ਨਹੀਂ ਮੇਰੀ ਦੇਖੋ, ਗੱਲ ਮੈਂ ਸਮਝ ਰਹੇ ਹੋ। ਮੰਨਦਾ ਸਾਰੇ ਚੋਰ ਨੇ, ਮਗਰ ਮੈਂ ਤੁਹਾਨੂੰ ਮੈਂ ਫਿਰ ਵੀ ਇੱਕ ਮੈਂ ਰਿਕੁਐਸਟ ਇੱਕ ਕਰੂੰਗਾ। ਇੱਕ ਇੱਕ ਭਾਜੀ ਦੇਖੋ ਪਤਾ ਕੀ ਹੈ, ਮੈਨੂੰ ਕਿਹੜੀ ਗੱਲ ਦਾ ਗੁੱਸਾ, ਮੈਨੂੰ ਗੁੱਸਾ ਇਸ ਜੀ ਗੱਲ ਦਾ ਆ ਕਿ ਤੁਸੀਂ 2 ਮਹੀਨੇ ਲੋਕਾਂ ਨੂੰ ਬੰਦ ਰੱਖਿਆ ਘਰਾਂ 'ਚ। ਜੀ ਭਾਜੀ। 2 ਮਹੀਨੇ ਬਾਅਦ ਤੁਸੀਂ ਲੋਕਾਂ ਨੂੰ ਕਹਿਤਾ ਵੀ ਤੁਹਾਨੂੰ ਇਹਦੇ ਨਾਲ ਜੀਣਾ ਪੈਣਾ, ਧਿਆਨ ਰੱਖਿਓ, ਠੀਕ ਹੈ ਜੀ। ਜੀ ਤੁਸੀਂ ਜੀ 2 ਮਹੀਨੇ 'ਚ ਲੋਕਾਂ ਲਈ ਛਣਕਣਾ ਕੀਤਾ। ਨਹੀਂ ਤੁਸੀਂ ਕੀ ਦੇਖੋ ਕੀਤਾ? ਭਾਜੀ, ਮੈਂ ਤੁਹਾਨੂੰ ਤੁਸੀਂ ਨਾ ਨਹੀਂ ਭਾਜੀ, ਦੇਖੋ। ਤੁਸੀਂ ਦੇਖੋ ਮੇਰੀ ਗੱਲ, ਮੈਂ ਇੱਕ ਗੱਲ ਕਰਦਾ ਪਿਆ। 73 ਸਾਲ ਹੋ ਗਏ ਸਾਨੂੰ ਆਜ਼ਾਦ ਹੋਏ ਨੂੰ। ਇਹਨਾਂ ਕੋਲ 73 ਦਿਨ ਦਾਲ ਚੌਲ ਲਿਖਵਾਏ ਗਏ ਲੋਕਾਂ ਨੂੰ ਪੱਲਿਓਂ। ਜਿਹੜੀ ਇਹ ਕਹਿੰਦੇ ਨਾ ਅਸੀਂ ਮਦਦ ਕਰਦੇ ਆਂ, ਬਿਲਕੁਲ ਤੁਸੀਂ ਕਰਦੇ ਹੋ। ਮੈਂ ਸਿਰਫ ਇੱਕ ਗੱਲ ਜਾਣਨਾ ਚਾਹੁੰਦਾ, ਪਹਿਲਾਂ ਤਾਂ 2 ਮਹੀਨੇ ਬੰਦ ਰੱਖੀਆਂ, ਬਾਰਡਰ ਬੰਦ ਰੱਖੇ, ਠੀਕ ਆ। ਜਦੋਂ ਤੁਸੀਂ ਲੋਕਡਾਊਨ ਕਰਫਿਊ ਖੋਲਤਾ, ਹੁਣ ਤੁਸੀਂ ਬੱਸਾਂ ਚਲਾਤੀਆਂ ਵੀ ਲੇਬਰ ਆਪਣੇ ਵਾਪਸ ਚੱਲ ਜਾਏ, ਤੇ ਕੰਮ ਕਿਹਨੇ ਕਰਨਾ ਫੈਕਟਰੀਆਂ 'ਚ? ਪਹਿਲਾਂ ਲੇਬਰ ਭਾਜੀ ਤੰਗ ਰੱਖੀ 2 ਬਿਲਕੁਲ, ਮਹੀਨੇ। ਬਿਲਕੁਲ ਭਾਜੀ, ਬਿਲਕੁਲ ਤੁਹਾਡੀ ਸਹਿਮਤ ਹੈ। ਮੈਂ ਤੁਹਾਨੂੰ ਫਿਰ ਇੱਕ ਗੱਲ, ਜਿਹੜੀ ਮੇਰੀ, ਤੁਸੀਂ ਸੌਰੀ ਟੂ ਸੇ, ਤੁਸੀਂ ਬਹੁਤ ਵਧੀਆ ਮਤਲਬ ਮੈਸੇਜ ਦਿੰਦੇ ਹੋ, ਲੋਕਾਂ ਨੂੰ ਗਾਈਡ ਕਰਦੇ ਹੋ, ਮਗਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ, ਤੁਸੀਂ ਜਿੰਨੀ ਮਰਜ਼ੀ ਸਲਾਹ ਕਰ ਲਓ, ਤੁਹਾਡੀ ਜਿਹੜੀ ਸਾਰੀ ਸਲਾਹ ਹੈ ਉੱਥੇ ਜਾ ਕੇ ਮੁੱਕ ਜਾਣੀ। ਜਿਹੜੀ ਮੈਂ ਤੁਹਾਨੂੰ ਗੱਲ ਕਹੀ, ਜੁੱਤੀ ਤੇ ਲੈਦਰ ਨਾਲ ਢੱਕਦੀ ਹੈ ਧਰਤੀ। ਜਿਹੜੇ ਵਿਚਲੇ ਲੋਕ ਨੇ ਭਾਜੀ, ਇੱਕ ਸੜਕ 10 ਵਾਰ ਤੋੜੀ ਜਾਂਦੀ ਹੈ, ਬਣਾਈ ਜਾਂਦੀ ਹੈ ਕਾਗਜ਼ਾਂ ਦੇ ਵਿੱਚ, ਇਸੇ ਲਈ ਕਿ ਉਹ ਚਮੜੇ ਦੀ ਜੁੱਤੀ ਔਰ ਸਿੰਪਲ ਵਾਲਾ ਹਿਸਾਬ ਹੈ। ਇੱਕ ਮੈਂ ਤੁਹਾਨੂੰ ਬੇਨਤੀ ਭਾਜੀ ਕਰੂੰਗਾ,
ਤੁਹਾਡੇ ਮੈਂ ਥਰੂ ਤੁਹਾਨੂੰ ਮੈਂ ਤੁਹਾਨੂੰ ਨਾ ਸੌਰੀ ਵਿੱਚੇ ਕੱਟ ਰਿਹਾ, ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ। ਹਰ ਇਲਾਕੇ ਦੇ ਵਿੱਚ ਜਿੰਨੇ ਵੀ ਲੋਕ ਨੇ ਆਪਣੇ ਇਲਾਕੇ 'ਚ ਇਹ ਕਾਊਂਟ ਕਰ ਲੈਣ ਕਿ ਕਿੰਨੀ ਵਾਰੀ ਸੜਕਾਂ ਟੁੱਟ ਕੇ ਬਣੀਆਂ ਤੇ ਕਿੱਦਾਂ ਕਿੱਦਾਂ ਸਾਡੇ ਐਮਐਲਏ ਦਾ ਘਰ ਵੱਡਾ ਹੁੰਦਾ ਗਿਆ। ਭਾਜੀ ਮੈਂ 1 ਮਿੰਟ ਤੁਹਾਨੂੰ ਰਿਕੁਐਸਟ ਕਰੂੰਗਾ, ਤੁਹਾਡੇ ਨਾਲ ਬਹੁਤ ਦੁਨੀਆ ਜੁੜੀ ਹੈ, ਤੁਹਾਨੂੰ ਬਹੁਤ ਪਿਆਰ ਕਰਦੀ ਹੈ ਐਜ਼ ਅ ਆਰਟਿਸਟ, ਐਜ਼ ਅ ਪੰਜਾਬੀ, ਐਜ਼ ਅ ਜਲੰਧਰ, ਐਜ਼ ਅ ਇੰਡੀਅਨ ਕਲਾਕਾਰ। ਮੈਂ ਇੱਕ ਬੇਨਤੀ ਕਰੂੰਗਾ, ਪਿਛਲੀ ਡਿਬੇਟ 'ਚ ਮੈਂ ਜੁੜਨਾ ਚਾਹੁੰਦਾ ਸੀਗਾ ਮਗਰ ਨੈਟਵਰਕ ਪ੍ਰੋਬਲਮ ਕਾਰਨ ਮੈਂ ਜੁੜਿਆ ਨਹੀਂ। ਭਾਜੀ ਸਮਝਣਾ ਮੇਰੀ ਬੇਨਤੀ, ਸਮਝਣਾ ਮੇਰੀ ਰਿਕੁਐਸਟ ਸਮਝਣਾ। ਭਾਜੀ ਮੈਂ ਸਾਰੇ ਵਿਊਅਰਸ ਨੂੰ ਤੁਹਾਡੇ ਥਰੂ ਕਹੂੰਗਾ ਕਿ ਤੁਸੀਂ ਫੇਸਬੁੱਕ ਤੇ ਅੰਦਰ ਮਤਲਬ ਤੁਸੀਂ ਜਦੋਂ ਆਪਣੀ એનર્ਜੀ ਲਗਾਉਂਦੇ ਹੋ, ਤੁਸੀਂ ਆਪਣੀਆਂ ਭਾਵਨਾਵਾਂ ਨਾਲ ਗੱਲ ਕਰਦੇ ਹੋ, ਮੈਨੂੰ ਵੀ ਬਹੁਤ ਅੱਛਾ ਵੀ ਲੱਗਦਾ ਔਰ ਬੁਰਾ ਵੀ ਲੱਗਦਾ ਕਿ ਯਾਰ ਮਤਲਬ ਤੁਹਾਡੀ એનર્ਜੀ ਲੱਗ ਰਹੀ ਹੈ ਔਰ ਉਹ ਚੀਜ਼ ਸਮਝ ਨਹੀਂ ਰਹੇ। ਜਿੱਦਾਂ ਤੁਹਾਨੂੰ ਵੀ ਕੋਈ ਕਹੀ ਜਾਂਦਾ ਤੁਸੀਂ ਉਹਦੇ ਬਾਰੇ ਨਹੀਂ ਬੋਲੇ, ਤੁਸੀਂ ਉਹਦੇ ਬਾਰੇ ਨਹੀਂ ਬੋਲੇ, ਤੁਸੀਂ ਕਹਿ ਰਹੇ ਮੈਂ ਕਹੀ ਤੇ ਜਾਣਾ। ਮੇਰੀ ਇੱਕ ਬੇਨਤੀ ਸੁਣਿਓ, ਫੀਸਾਂ ਦੇ ਉੱਪਰ ਡਿਬੇਟ ਸ਼ੁਰੂ ਹੋਈ ਕਿ ਫੀਸਾਂ ਲੈਣੀਆਂ ਚਾਹੀਦੀਆਂ ਕਿ ਨਹੀਂ ਲੈਣੀਆਂ ਚਾਹੀਦੀਆਂ, ਠੀਕ ਹੈ। ਮਗਰ ਮੈਂ ਤੁਹਾਨੂੰ ਫਿਰ ਇੱਕ ਰਿਕੁਐਸਟ ਕਰੂੰਗਾ ਕਿ ਫੀਸ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ, ਉਹਦੇ ਵਿੱਚ ਕਿਤੇ ਨਾ ਕਿਤੇ ਚਲੋ ਪੰਜਾਬ ਸਰਕਾਰ ਨੇ ਇੱਕ ਗੱਲ ਪੋਜ਼ਿਟਿਵ ਕੀਤੀ ਕਿ ਉਹਨਾਂ ਨੇ ਜਿਹੜੇ ਹੋਰ ਖਰਚੇ ਸੀ, ਚੀਜ਼ਾਂ ਸੀ ਮਾਫ ਕੀਤੀਆਂ। ਆਨਲਾਈਨ ਫੀਸਾਂ ਲੈਣੀਆਂ ਚਾਹੀਦੀਆਂ, ਨਹੀਂ ਲੈਣੀਆਂ ਚਾਹੀਦੀਆਂ? ਅਗਰ ਨਹੀਂ ਲੈਣੀਆਂ ਚਾਹੀਦੀਆਂ ਤੇ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਕਿਸੇ ਵੀ ਜਗ੍ਹਾ ਦੇ ਉੱਤੇ ਜਿੰਨਾ ਮਰਜ਼ੀ ਕੋਈ ਬੋਲ ਲਓ, ਆਪਣਾ ਅਗਰੈਸ਼ਨ ਕੱਢ ਲਓ। ਗੱਲ ਸਮਝਿਓ ਭਾਜੀ ਟੈਕਨੀਕਲ। ਤੁਸੀਂ ਮੈਨੂੰ ਇੱਕ ਗੱਲ ਕਹੀ ਰਵੀਸ਼ ਜੀ ਆਹ ਕੰਮ ਨਹੀਂ ਹੋਣਾ ਚਾਹੀਦਾ, ਰਾਹੁਲ ਨੂੰ ਕਹਿ ਦਿਓ ਆਹ ਕੰਮ ਨਹੀਂ ਹੋਣਾ ਚਾਹੀਦਾ। ਮੈਂ ਕਹਿ ਦੂੰਗਾ ਭਾਜੀ ਕਹਿਤਾ ਨਹੀਂ ਹੋਣਾ ਚਾਹੀਦਾ। ਮੈਂ ਪਾਪਾ ਨੂੰ ਕਹੂੰਗਾ ਪਾਪਾ ਤੁਸੀਂ ਮੇਰੀ ਨਾ ਆਪਣੀ ਕਸਮ ਦੇ ਕੇ ਕਰ ਦਿਓ, ਤੇ ਮੈਂ ਕਹੂੰਗਾ ਭਾਜੀ ਮੈਂ ਤੇ ਦੇਖੋ ਤੁਹਾਡੇ ਕਹਿਣ ਤੇ ਕਰਤਾ ਨਾ। ਸਾਡੇ ਪੰਜਾਬ ਸਰਕਾਰ ਦੇ ਮੰਤਰੀ ਨੇ ਅਨਾਉਂਸ ਕੀਤਾ ਪਹਿਲੇ ਕਿ ਕੋਈ ਏਦਾਂ ਨਹੀਂ ਫੀਸ ਲਿੱਤੀ ਜਾਏਗੀ, ਕੋਈ ਆਨਲਾਈਨ ਨਹੀਂ ਲਿੱਤੀ ਜਾਏਗੀ। ਸਾਰੇ ਤਾੜੀਆਂ ਮਾਰੋ, ਤਾੜੀਆਂ ਤਾੜੀਆਂ ਤਾੜੀਆਂ। ਇਹ ਜਨਤਾ ਵਿਚਾਰੀ ਸਾਡੀ ਬੜੀ ਭੋਲੀ ਹੈ, ਮੈਨੂੰ ਲੱਗਦਾ ਫੇਸਬੁੱਕ ਤੇ ਅਗਰੈਸ਼ਨ ਕੱਢਣ ਵਾਲੀ ਹੈ। ਗੱਲ ਫੋਲੋ ਕਰਿਓ। ਉਹਨਾਂ ਨੇ ਕੋਰਟ ਦੇ ਥਰੂ ਇਸ ਚੀਜ਼ ਦਾ ਆਰਡਰ ਲਿੱਤੇ ਕਿ ਮੈਂ ਆਪਣੀ ਲਾਈਵ 'ਚ ਬੋਲਿਆ ਸੀਗਾ ਕਿ ਉਹ ਐਸੀ ਚੀਜ਼ ਕ੍ਰੀਏਟ ਕਰ ਦੇਣਗੇ ਜਿਹਦੇ ਵਿੱਚ ਪੰਜਾਬ ਸਰਕਾਰ ਇਹ ਕਹੇਗੀ ਸਾਡੀ ਕੋਈ ਗਲਤੀ ਨਹੀਂ ਹੈ, ਅਸੀਂ ਤੇ ਨਾ ਕੀਤੀ ਸੀ, ਉਹ ਤੇ ਗਵਰਨਮੈਂਟ ਆਫ ਆਪਣਾ ਸੌਰੀ ਕੋਰਟ ਤੋਂ ਆਰਡਰ ਲੈ ਆਏ ਨੇ। ਸੋ ਆਪਾਂ ਜਾਂ ਤੁਸੀਂ ਔਰ ਤੁਹਾਡੇ ਪਲੇਟਫਾਰਮ ਤੋਂ ਲੋਕ, ਜਲੰਧਰ ਦੇ ਵਿੱਚ ਇੱਕ ਭਾਈ ਸਾਹਿਬ ਨੇ, ਉਹਨਾਂ ਦਾ ਆਪਾਂ ਇੰਟਰਵਿਊ ਵੀ ਕੀਤਾ ਸੀ ਯੋਰ ਵਰਲਡ ਨਿਊਜ਼ ਵੱਲੋਂ। ਉਹ ਕੱਲਾ ਬੰਦਾ ਲੜਾਈ ਲੜ ਰਿਹਾ ਔਰ ਜੇਲ੍ਹ ਵੀ ਹੋ ਕੇ ਆਇਆ ਸਕੂਲਾਂ ਦੇ ਖਿਲਾਫ। ਲੋਕ ਭਾਜੀ ਗੁੱਸਾ ਨਾ ਕਰਿਓ, 800 ਬੰਦੇ ਉਹਦੇ ਨਾਲ ਜੁੜੇ ਹੋਏ ਨੇ ਜਾਂ ਪਤਾ ਨਹੀਂ 600, ਜਿਨ੍ਹਾਂ ਨੇ ਲੜਾਈ ਲੜਨੀ ਹੈ ਫੇਸਬੁੱਕ ਤੇ ਜਾਂ ਕਮੈਂਟ ਕਰਕੇ ਕੁਝ ਨਹੀਂ ਹੋਣਾ। ਉਹਦੇ ਨਾਲ ਜੁੜੋ, ਬੰਦਾ ਜਿਹੜਾ ਅੱਗੇ ਲੱਗਣ ਨੂੰ ਤਿਆਰ ਹੈ। ਸਾਡੇ ਜਲੰਧਰ ਦੇ ਵਿੱਚ ਪੀਮਾ ਦੇ ਪ੍ਰਧਾਨ ਨੇ ਉਹ ਪੂਰਾ ਖੁਲਾਸਾ ਕਰ ਰਹੇ ਨੇ। ਲੋਕ ਮੈਨੂੰ ਪਰਸਨਲ ਮੈਸੇਜ ਕਰਦੇ ਆ ਬਲਰਾਜ ਜੀ ਤੁਸੀਂ ਵਾਇਸ ਚੱਕੋ, ਅਸੀਂ ਨਹੀਂ ਗੱਲ ਕਰ ਸਕਦੇ। ਸੌਰੀ ਟੂ ਸੇ ਇੱਕ ਹੀ ਤਰੀਕਾ ਹੋਇਆ ਭਾਜੀ। ਸੋ ਕਿਤੇ ਨਾ ਕਿਤੇ ਆਪਣੀ એનર્ਜੀ ਫੇਸਬੁੱਕ ਤੇ ਬੋਲਣ ਨਾਲੋਂ ਜਾਂ ਮੈਸੇजेस ਨਾਲੋਂ ਤੁਹਾਨੂੰ ਪ੍ਰੈਕਟੀਕਲ ਇੱਕ ਹੋ ਕੇ ਮੀਡੀਆ ਦੀ ਸਹਾਇਤਾ ਨਾਲ ਜਾਂ ਕੋਰਟ ਦੇ ਵਿੱਚ ਇਹ ਪਬਲਿਕ ਇੰਟਰਸਟ ਦੇ ਵਿੱਚ ਇੱਕ ਰਿਟ ਪਾਈ ਹੋਵੇ ਨਾ ਤੇ ਸਭ ਕੁਝ ਹੋ ਸਕਦਾ। ਮੇਰੀ ਗੱਲ ਸੁਣੋ, ਦੇਖੋ ਪਤਾ ਕੀ ਹੁੰਦਾ, ਹਰ ਬੰਦੇ ਦਾ, ਸਾਰਿਆਂ ਬੰਦਿਆਂ ਦੇ ਕੰਮ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ, ਰਾਈਟ ਭਾਜੀ? ਉਹਨਾਂ ਚੋਂ ਇੱਕ ਮੈਂ ਸੁਣੋ ਮੇਰੀ ਗੱਲ, ਇੱਕ ਮਿੰਟ, ਇੰਨੇ ਹਜ਼ਾਰ ਲੋਕ ਤੁਹਾਡੇ ਨਾਲ ਜੁੜੇ ਨੇ, ਉਹਨਾਂ ਚੋਂ ਦੋ ਨੂੰ ਵੀ ਨਹੀਂ ਸਮਝ ਹੈਗੀ। ਭਾਜੀ ਇੱਕ ਗੱਲ ਨੂੰ ਮੇਰੀ ਸਮਝੋ, ਦੱਸੋ ਕਿਸੇ ਨੂੰ ਕਿੰਨੀ ਸਮਝ ਹੈਗੀ ਨਹੀਂ ਹੈਗੀ, ਅਸੀਂ ਲੋਕਾਂ ਨੂੰ, ਮੈਂ ਲੋਕਾਂ ਨੂੰ ਬੋਲ ਸਕਦਾ, ਬੋਲ ਕੇ ਕਹਿ ਸਕਦਾ। ਜਦੋਂ ਮੈਂ ਜਲੰਧਰ ਦੇ ਲੋਕਡਾਊਨ ਤੇ ਬੋਲਿਆ ਸੀਗਾ, ਮੈਨੂੰ ਬੜਿਆਂ ਨੇ ਗਾਲਾਂ ਕੱਢੀਆਂ ਵੀ ਤੂੰ ਜਲੰਧਰ ਵਾਲਿਆਂ ਨੂੰ ਮਾੜਾ ਕਹੀ ਜਾਂਦਾ, ਬਟ ਮੇਰੇ 15 ਦੋਸਤਾਂ ਨੇ ਕਿਹਾ ਭਰਾ ਅਸੀਂ ਅੱਜ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਾਂਗੇ। ਭਾਜੀ ਮੈਂ ਖੁਦ ਉਸ ਚੀਜ਼ ਨੂੰ ਦੇਖਿਆ, ਤੁਸੀਂ ਬੜੇ ਕੰਸਰਨ ਰਹੇ ਹੋ। ਇੱਕ ਮੇਰੀ ਗੱਲ ਸਮਝੋ, ਮੈਂ ਤੁਹਾਨੂੰ ਗੱਲ ਜਿਹੜੀ ਦੇਖੋ, ਆਪਾਂ ਪਤਾ ਕੀ ਆ, ਹਰ ਬੰਦੇ ਨੂੰ ਪ੍ਰਧਾਨ ਬਣਨ ਦਾ ਸ਼ੌਂਕ ਆ। ਗੱਲ ਸਮਝੋ ਇੱਕ ਬੜੀ, ਬਿਲਕੁਲ। ਜੇ ਮੈਂ ਕਹਿੰਦਾ ਸਭ ਤੋਂ ਛੋਟੀ ਗੱਲ ਯਾਰ, ਪਬਲਿਕ ਮੂਵਮੈਂਟ ਦੀ ਲੋੜ ਕਿਉਂ ਪਵੇ? ਹਰ ਇਲਾਕੇ ਦਾ ਇੱਕ ਕਾਉਂਸਲਰ ਹੈ, ਹਰ ਇਲਾਕੇ ਦਾ ਇੱਕ ਐਮਐਲਏ ਆ, ਕਿਉਂ ਨਹੀਂ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ ਖੜੇ ਹੁੰਦੇ, ਉਹਨਾਂ ਦੀ ਪ੍ਰੋਬਲਮਸ ਦੀਆਂ ਰਿਟਾਂ ਪਾਉਂਦੇ? ਕਿਉਂ ਨਹੀਂ ਪਾਉਂਦੇ? ਲੋੜ ਹੀ ਕਿਉਂ ਪਵੇ ਭਾਜੀ ਪਬਲਿਕ ਮੂਵਮੈਂਟ ਦੀ? ਬਲਰਾਜ ਜੀ ਮੇਰੀ ਬੇਨਤੀ ਸਮਝੋ, ਮੈਂ ਜਿਹੜੀ ਗੱਲ ਤੁਹਾਨੂੰ ਰਿਕੁਐਸਟ ਕਰਨਾ ਚਾਹਨਾ, ਉਹਨਾਂ ਨੇ ਗੁੱਡ ਬੁੱਕਸ 'ਚ ਵੀ ਰਹਿਣਾ। ਹੁਣ ਸਾਡੇ ਨਾਲ ਮਨੀਸ਼ ਜੀ ਨੇ, ਸਾਡੇ ਭਰਾ ਨੇ, ਉਹ ਆਪਣਾ ਪਾਰਟੀ ਤੋਂ ਉੱਠ ਕੇ ਉਹ ਵੀ ਕਹਿ ਰਹੇ ਕਿ ਫੀਸ ਮਾਫ ਹੋਣੀ ਚਾਹੀਦੀ ਹੈ, ਮਗਰ ਉਹ ਲੋਕ ਤੁਹਾਨੂੰ ਕਹਿ ਰਹੇ। ਮੈਨੂੰ ਮੈਂ ਇੱਕ ਬੇਨਤੀ ਤੁਹਾਡੇ ਮਾਧਿਅਮ ਥਰੂ ਕਹਿਣਾ ਚਾਹਨਾ, ਅਗਰ ਤੁਸੀਂ ਕਰਨਾ ਚਾਹੁੰਦੇ ਹੋ, ਜਲੰਧਰ ਦੇ ਵਿੱਚ ਜਿਹੜੀ ਪੇਰੈਂਟਸ ਐਸੋਸੀਏਸ਼ਨ ਬਣੀ ਹੈ ਉਹਨੂੰ ਹੈਡ ਕਰ ਰਹੇ ਕੋਈ, ਮੈਂ ਉਹਦਾ ਲਿੰਕ ਥੱਲੇ ਦੇ ਦੂੰਗਾ, ਉਹਨਾਂ ਨਾਲ ਜੁੜੋ ਜਿਹੜੇ ਪ੍ਰੈਕਟੀਕਲ ਤੁਹਾਨੂੰ ਕਿਤੇ ਪਹੁੰਚਾਣਗੇ। ਭਾਜੀ ਫੀਸਾਂ ਜਾਂ ਜੋ ਵੀ ਚੀਜ਼ ਖਪਦੇ ਆ ਬਹੁਤ ਹਰ ਜਗ੍ਹਾ, ਮਤਲਬ ਸਕੂਲ ਵੀ ਗਲਤ ਨਹੀਂ ਹੈ ਔਰ ਹਰ ਜਗ੍ਹਾ ਪੇਰੈਂਟਸ ਵੀ ਗਲਤ ਨਹੀਂ ਹੈ। ਔਰ ਮੈਂ ਤੁਹਾਡੇ ਮਾਧਿਅਮ ਦੇ ਥਰੂ ਇੱਕ ਰਿਕੁਐਸਟ ਕਰੂੰਗਾ, ਟੀਚਰਸ ਜਿਹੜੇ ਪ੍ਰਾਈਵੇਟ ਨੇ ਜਾਂ ਪੱਕੇ ਨੇ, ਉਹਨਾਂ ਨੂੰ ਜ਼ਰੂਰ ਸਕੂਲ ਕੁਛ ਨਾ ਕੁਛ ਮਦਦ ਕਰੇ ਭਾਜੀ। ਉਹਨਾਂ ਦੇ ਘਰ ਬਹੁਤ ਪ੍ਰੋਬਲਮਸ ਹੈਗੀਆਂ ਪ੍ਰੈਕਟੀਕਲੀ।
ਇੱਕ ਦੇ ਕਈਆਂ ਦੇ ਤੇ ਜਿਹੜੇ ਜੀ ਬਿਮਾਰ ਨੇ ਕੁਛ ਨੇ ਤੇ ਉਹ ਸਕੂਲ ਉਹਨਾਂ ਨੂੰ ਬਿਲਕੁਲ ਹੱਥ ਖੜੇ ਕਰ ਰਹੇ ਨੇ, ਉਹ ਜ਼ਰੂਰ ਹੈਲਪ ਹੋਵੇ। ਇਸੇ ਤੇ ਹੀ ਕਰ ਰਿਹਾ ਕਿ ਮੈਂ ਇਸੇ ਤੇ ਅੱਜ ਦਾ ਲਾਈਵ ਜਿਹੜਾ ਮੈਂ ਇਸੇ ਮੁੱਦੇ ਤੇ ਕਰਦਾ ਪਿਆ ਕਿ ਸਿਰਫ ਸਕੂਲਾਂ ਦੀ ਗੱਲ ਨਹੀਂ ਕਰਦਾ ਪਿਆ, ਮੈਂ ਇੱਕ ਸਿੰਪਲ ਗੱਲ ਕਰਦਾ ਪਿਆ ਕਿ 73 ਸਾਲ ਸਰਕਾਰਾਂ ਨੇ ਸਾਨੂੰ ਲੁੱਟਿਆ, ਰਾਈਟ। 73 ਸਾਲ ਸਰਕਾਰਾਂ ਨੇ ਸਾਡੇ ਤੋਂ ਟੈਕਸ ਲਏ, ਠੀਕ ਹੈ। ਜਿਹੜੀਆਂ ਸੜਕਾਂ ਬਣੀਆਂ, ਜਿਨ੍ਹਾਂ ਦੇ ਟੋਲ ਖਤਮ ਹੋਇਆ ਨੂੰ 10-10 ਸਾਲ ਹੋ ਗਏ, ਉਹ ਟੋਲ ਅੱਜ ਵੀ ਚੱਲਦੇ, ਠੀਕ ਹੈ। ਚੰਡੀਗੜ੍ਹ ਦੇਖੋ, ਚੰਡੀਗੜ੍ਹ ਕਿੰਨੇ ਸਾਲ ਚੱਲਦਾ ਰਿਹਾ, ਉਹ ਟੋਲ ਅੱਜ ਵੀ ਚੱਲਦੇ। ਲੁਧਿਆਣੇ ਜਿਹੜਾ ਟੋਲ ਆ, ਉਹ ਸੜਕ ਕਿੱਥੇ ਬਣੀ ਨਵੀਂ ਅੱਜ ਤੱਕ ਨਹੀਂ ਮੈਨੂੰ ਪਤਾ ਉਹਦਾ ਟੋਲ, ਔਰ ਹਿੰਦੁਸਤਾਨ ਦਾ ਸਭ ਤੋਂ ਮਹਿੰਗਾ ਟੋਲ ਚੱਲਦਾ, ਉਹ ਸਭ ਤੋਂ ਮਹਿੰਗਾ ਟੋਲ ਹੈ, ਹਾਂਜੀ। ਸੋ ਔਰ ਸਾਰੇ ਟੋਲਾਂ ਦੇ ਵਿੱਚ, ਸਾਰੀਆਂ ਠੱਗੀਆਂ 'ਚ, ਸਾਰੇ ਵੱਡੇ ਕੰਮਾਂ 'ਚ ਮਿਨਿਸਟਰਾਂ ਦੇ ਹਿੱਸੇ ਨੇ, ਰਾਈਟ। ਬਿਲਕੁਲ ਹੈਗੇ ਜੀ। ਮਿਨਿਸਟਰਾਂ ਦੇ ਆਪਣੇ ਪ੍ਰਾਈਵੇਟ ਸਕੂਲ ਨੇ, ਕੀ ਕੋਈ ਮਿਨਿਸਟਰ ਮੋਰੇ ਆ ਕੇ ਨਹੀਂ ਕਹਿ ਸਕਦਾ ਵੀ ਮੈਂ ਆਪਣੇ ਸਕੂਲ ਦੇ ਬੱਚਿਆਂ ਦੀ ਫੀਸ ਮਾਫ ਕਰ ਦਿੰਦਾ, ਯਾਰ ਮੇਰੇ ਹੱਥ 'ਚ ਆ, ਬਾਕੀਆਂ ਦਾ ਮੈਨੂੰ ਪਤਾ ਨਹੀਂ। ਬਿਲਕੁਲ ਤੁਹਾਡੀ ਗੱਲ ਠੀਕ ਹੈ ਭਾਜੀ। ਕਿ ਕੀ ਕਿਸੇ ਮਿਨਿਸਟਰ ਨੇ ਆ ਕੇ ਮੋਰੇ ਇਹ ਕਿਹਾ ਵੀ ਨਹੀਂ ਸਾਡੇ ਭੱਤੇ ਵਧਾਉਣ ਦੀ ਲੋੜ ਨਹੀਂ, ਸਾਨੂੰ ਆਲਰੇਡੀ ਬਹੁਤ ਪੈਸਾ ਮਿਲਦਾ ਪਿਆ? ਸਾਰਿਆਂ ਨੇ ਚੁੱਪ ਕਰਕੇ ਰੱਖ ਲਏ, ਕੋਈ ਡਿਬੇਟ, ਕੋਈ ਬਹਿਸ ਆਈ? ਕੋਈ ਆ ਕੇ ਕਹਿੰਦਾ ਮੈਂ 1000 ਬੱਸਾਂ ਭੇਜੀਆਂ ਯੂਪੀ ਬਾਰਡਰ ਤੇ ਖੜੀਆਂ, ਬਟ ਯੂਪੀ ਵਾਲੇ ਅੰਦਰ ਨਹੀਂ ਵੜਨ ਦੇਣ ਦੇ, ਕੋਈ ਕਹਿੰਦਾ ਫਲਾਣਾ, ਕੋਈ ਧਮਕਾਣਾ। ਬਟ ਮੈਂ ਕਹਿੰਦਾ ਕਿਸੇ ਨੇ ਵੀ ਐਮਪੀਆਂ ਦੇ ਜਦੋਂ ਭੱਤੇ ਵਧੇ, ਕਿਸੇ ਇੱਕ ਨੇ ਵੀ ਬੋਲਿਆ? ਕਿਸੇ ਨੇ ਨਹੀਂ ਬੋਲਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਦੇਖੋ, ਗੱਲਾਂ ਆਪਾਂ ਵੱਡੀਆਂ ਵੱਡੀਆਂ ਕਰਦੇ ਆ, ਆਪਾਂ ਦਾ ਮਤਲਬ ਹੈ ਸਾਡੀਆਂ ਸਰਕਾਰਾਂ ਭਾਵੇਂ ਉਹ ਕਿਸੇ ਵੀ ਪਾਰਟੀ ਦੀਆਂ ਹੋਣ। ਕੇਜਰੀਵਾਲ ਸਾਹਿਬ ਨੇ ਇਲੈਕਸ਼ਨਾਂ ਦੇ ਵਿੱਚ ਫ੍ਰੀ ਬੱਤੀ ਵੰਡਤੀ, ਹੁਣ ਕਹਿੰਦੇ ਮੇਰੇ ਕੋਲ ਪੈਸੇ ਮੁੱਕ ਗਏ, ਮੈਂ ਦਿੱਲੀ ਖੋਲਣ ਲੱਗਾ। ਤੁਹਾਡੇ ਕੋਲ ਆਪਣੀ ਸਟੇਟ ਦੇ ਲੋਕਾਂ ਨੂੰ ਖਵਾਉਣ ਵਾਸਤੇ ਮਹੀਨੇ 'ਚ ਪੈਸੇ ਮੁੱਕ ਗਏ, ਤੁਸੀਂ ਖਵਾਣਾ ਹੀ ਆ ਸਿਰਫ, ਤੁਸੀਂ ਇਹਨਾਂ ਨੂੰ ਪੈਸੇ ਨਹੀਂ ਦੇ ਰਹੇ, ਸਿਰਫ ਰੋਟੀ ਖਵਾਣੀ ਆ 3 ਟਾਈਮ, ਉਹ ਵੀ ਪੂਰੇ ਦਿੱਲੀ ਨੂੰ ਨਹੀਂ ਖਵਾਣੀ, ਅੱਧਾ ਦਿੱਲੀ ਕੋਲੋਂ ਖਾ ਰਿਹਾ ਔਰ ਅੱਧੇ ਦਿੱਲੀ ਨੂੰ ਗੁਰਦੁਆਰੇ ਖਵਾ ਰਹੇ। ਬਿਲਕੁਲ ਭਾਜੀ, ਬਿਲਕੁਲ। ਤੁਹਾਡੇ ਫਿਰ ਵੀ ਪੈਸੇ ਮੁੱਕ ਗਏ। ਕੈਪਟਨ ਸਾਹਿਬ ਆ ਕੇ ਕਹਿ ਦਿੰਦੇ ਆ ਵੀ ਮੇਰੀਆਂ ਫੈਕਟਰੀਆਂ ਬੰਦ ਪਈਆਂ, ਮੇਰਾ ਆ ਪਿਆ, ਮੈਨੂੰ ਇਹਦਾ ਇੰਨਾ ਘਾਟਾ ਹੋ ਗਿਆ, ਮੈਨੂੰ ਉਹਦੇ 'ਚ ਇੰਨਾ ਘਾਟਾ ਹੋ ਗਿਆ। ਤੇ ਤੁਹਾਡੀਆਂ ਸਰਕਾਰਾਂ ਕਿਉਂ ਕਹਿੰਦੀਆਂ ਅਸੀਂ ਆ ਕੇ ਫ੍ਰੀ ਮੋਬਾਈਲ ਵੰਡਾਂਗੇ? ਆ ਕਿਉਂ ਨਹੀਂ ਕਹਿੰਦੇ ਜਿਹੜੀਆਂ ਚੀਜ਼ਾਂ ਘਾਟੇ ਚੱਲਦੀਆਂ ਉਹਨਾਂ ਨੂੰ ਠੀਕ ਕਰਾਂਗੇ? ਤੁਸੀਂ ਲਾਈਵ 'ਚ ਹੁਣੇ ਗੱਲ ਕਹੀ ਸੀ, ਬਹੁਤ ਵਧੀਆ। ਮੋਦੀ ਸਾਹਿਬ ਆ ਕੇ, ਸੌਰੀ ਭਾਜੀ ਇੱਕ ਮਿੰਟ ਕਰ ਰਹੇ ਹਾਂ, ਹਾਂਜੀ ਸੌਰੀ, ਦੱਸੋ ਪਲੀਜ਼। ਮੋਦੀ ਸਾਹਿਬ ਆ ਕੇ ਕਹਿੰਦੇ ਆ ਵੀ ਆਤਮ ਨਿਰਭਰ ਬਣੋ ਜੀ, ਠੀਕ ਹੈ। ਅਸੀਂ 20 ਲੱਖ ਕਰੋੜ ਦੇਤਾ, ਠੀਕ ਹੈ। ਅਨਾਉਂਸਮੈਂਟ ਕਰਤੀ ਉਹਨਾਂ ਨੇ ਵੀ ਤਨਖਾਹਾਂ ਦੇ ਦਿਓ, ਕੋਈ ਵੀ ਮਕਾਨ ਮਾਲਕ ਆਪਣੇ ਉਹਨਾਂ ਨੂੰ ਘਰੋਂ ਨਾ ਕੱਢੇ, ਹਨਾ ਜੀ। ਵੱਡੀਆਂ ਵੱਡੀਆਂ ਅਨਾਉਂਸਮੈਂਟਾਂ ਕਰ ਗਏ, ਲੇਕਿਨ ਭਾਜੀ ਗਰਾਊਂਡ ਲੈਵਲ ਦੇ ਉੱਤੇ ਮੇਰੇ ਮਕਾਨ ਮਾਲਕ ਨੇ ਮੇਰਾ ਕਿਰਾਇਆ ਨਹੀਂ ਛੱਡਿਆ ਮਹਾਰਾਜ, ਮੈਂ ਦਿੱਤਾ। ਮੈਂ ਬੜੇ ਐਸੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ, ਔਰ ਉਹਨਾਂ ਨੇ ਕਿਸੇ ਨੇ ਜਾਂ ਤਾਂ ਤੁਸੀਂ ਆਰਡਰ ਇਸ਼ੂ ਕਰੋ ਵੀ ਭਾਈ 3 ਮਹੀਨੇ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਮਾਫ ਨੇ। पाजी वही स्मार्टनेस हो गई ना, हमने तो कह दिया था, वो नहीं मानते, हमने तो बोला था, हमने ये भी बोला था। यार ਤੁਸੀਂ ਦੇਸ਼ ਦੇ ਮਾਲਕ ਹੋ, ਪਾਵਰ ਚੋਂ ਆਰਡਰ ਇਸ਼ੂ ਕਰੋ ਨਾ। ਤੁਸੀਂ ਆਰਡਰ ਨਹੀਂ ਇਸ਼ੂ ਕਰਦੇ ਵੀ ਲਾਲ ਬੱਤੀ ਜੰਪ ਕਰੋਗੇ ਚਲਾਨ ਹੋਊਗਾ, ਕਰਦੇ ਹੋ ਨਾ? ਬਿਲਕੁਲ। ਜਿਹੜਾ ਜੰਪ ਕਰਨ ਨੂੰ ਤੁਸੀਂ ਜੁਰਮਾਨਾ ਕਰਦੇ ਹੋ, ਇਹਦਾ ਵੀ ਆਰਡਰ ਇਸ਼ੂ ਕਰੋ ਵੀ ਭਾਈ ਨਹੀਂ 3 ਮਹੀਨੇ ਕੋਈ ਕਿਰਾਇਆ ਨਹੀਂ ਮੰਗੂਗਾ, ਜੇ ਤੁਹਾਨੂੰ ਲੋੜ ਹੈ, ਤੁਹਾਡੇ ਕੋਲ ਪੈਸੇ ਹੈ ਨਹੀਂ। ਹਾਂ, ਤੁਸੀਂ ਉਹਨੇ ਇੱਕ ਗੱਲ ਕਹੀ ਸੀ ਕਿ ਮੈਨੂੰ ਤਾਂ ਲੱਗਦਾ ਹੈ ਖੁਸ਼ਕਿਸਮਤੀ ਹੈ ਸਰਕਾਰਾਂ ਦੀ, ਭਾਵੇਂ ਬੀਜੇਪੀ ਕਾਂਗਰਸ ਹੋਈ, ਗੱਲ ਜਿਹੜੀ ਮਰਜ਼ੀ, ਸਾਡੇ ਮੰਦਰ, ਸਾਡੇ ਗੁਰਦੁਆਰੇ, ਸਾਡੇ ਧਾਰਮਿਕ ਸਥਾਨ, ਔਰ ਕਈ ਜਿਹੜੇ ਲੋਕਾਂ 'ਚ ਜਜ਼ਬਾ ਨਾ ਹੁੰਦਾ ਨਾ ਦਾਨ ਦਾ, ਦਿਨ ਰਾਤ ਉਹਨਾਂ ਨੂੰ ਰੋਟੀ ਖਵਾਉਣ ਦਾ, ਤੇ ਇਹਨਾਂ ਦਾ ਨਿਕਲ ਜਾਣਾ ਸੀ ਜਲੂਸ। ਇਹ ਤੇ ਸ਼ੁਕਰ ਕਰਨ ਜਿੱਥੇ ਮੰਦਰ ਗੁਰਦੁਆਰੇ ਇੰਨੀ ਜ਼ਿਆਦਾ ਮਤਲਬ ਸ਼ਰਧਾ ਨਾਲ, ਪਿਆਰ ਨਾਲ ਦਿਨ ਰਾਤ ਲੱਖਾਂ ਲੋਕਾਂ ਨੂੰ ਰੋਟੀ ਖਵਾ ਰਹੇ ਨੇ, ਸਾਡਾ ਭਾਰਤ ਬਚ ਗਿਆ। ਮਿੱਲਾਂ ਇਹਨਾਂ ਦੀਆਂ, ਕੋਲਡ ਸਟੋਰ ਇਹਨਾਂ ਦੇ, ਫੈਕਟਰੀਆਂ ਇਹਨਾਂ ਦੀਆਂ, ਮਾਲ ਮਿਨਿਸਟਰਾਂ ਦੇ, ਥੀਏਟਰ ਮਿਨਿਸਟਰਾਂ ਦੇ, ਲੈਂਡਾਂ ਮਿਨਿਸਟਰਾਂ ਦੀਆਂ, ਬੱਸਾਂ ਮਿਨਿਸਟਰਾਂ ਦੀਆਂ, ਸਾਰਾ ਕੁਝ ਮਿਨਿਸਟਰਾਂ ਦਾ। ਜਦੋਂ ਲੋੜ ਪਵੇ ਦੇਸ਼ ਨੂੰ, ਉਦੋਂ ਕਟੋਰਾ ਮੰਗ ਕੇ ਆਓ ਜੀ ਫਲਾਣੇ ਫੰਡ 'ਚ ਦਾਨ ਦੇ ਦਿਓ। ਬਿਲਕੁਲ ਭਾਜੀ, ਬਿਲਕੁਲ। ਬਟ ਭਾਜੀ ਸਾਨੂੰ ਵੀ ਤੇ ਭਾਜੀ ਮੈਂ ਫੇਰ ਕਹਿ ਰਿਹਾ, ਮੇਰੀ ਗੱਲ ਉੱਥੇ ਹੀ ਆ ਰਹੀ ਹੈ ਕਿ ਆਪਾਂ ਫੇਸਬੁੱਕ, ਟਵਿੱਟਰ ਤੇ ਜਿਹੜੀ ਕੋਰਟਸ ਨੇ, ਤੁਹਾਨੂੰ ਪਤਾ ਭਾਜੀ ਇੱਕ ਗੱਲ, ਤੁਹਾਨੂੰ ਇੱਕ ਗੱਲ ਪਤਾ ਕਿ ਜਿਹੜਾ ਟੋਲ ਹਟਾਇਆ ਗਿਆ ਸੀ ਚੰਡੀਗੜ੍ਹ ਦਾ, ਉਹ ਤੁਹਾਡੇ ਮੇਰੇ ਵਰਗੇ ਨੇ ਟਾਈਮ ਕੱਢ ਕੇ ਇੱਕ ਰਿਟ ਪਾਈ ਸੀ ਕਿ ਭਾਈ ਸਾਹਿਬ ਇਹਨਾਂ ਨੂੰ ਪੁੱਛੋ ਆ ਕੇ, ਉਹਦੇ ਤੇ ਆਰਡਰ ਹੋਇਆ ਸੀ। ਮੈਂ ਤਾਂ ਇੱਕ ਮਿੰਟ ਮੇਰੀ ਬੇਨਤੀ ਸੁਣਿਓ, ਉਹ ਫਿਰ ਬੰਦ ਹੋਇਆ। ਪਰ ਮੈਂ ਹੀ ਕਹਿਣਾ ਕਿ ਜਿਹੜੀ ਆਪਾਂ ਗੱਲ ਕਰਦੇ ਆ, ਚੀਜ਼ਾਂ ਕਰਦੇ ਆ, ਨੋ ਡਾਊਟ ਜੇ ਤੁਹਾਨੂੰ ਹੱਕ ਨਹੀਂ ਮਿਲ ਰਿਹਾ ਤੇ ਤੁਹਾਨੂੰ ਕੋਈ ਆਰਗੇਨਾਈਜ਼ਡ ਵੇ ਨਾਲ ਆਪਣਾ ਹੱਕ ਲੈਣਾ ਪਏਗਾ ਨਾ। ਜੇ ਨਹੀਂ ਮਿਲਦਾ, ਮੈਂ ਭਾਜੀ ਇਹ ਨਹੀਂ ਗੱਲ ਕਹਿ ਰਿਹਾ ਕਿ ਆਪਾਂ ਨੂੰ ਤਰੀਕਾ ਕਿਹੜਾ ਬਣਾਉਣਾ ਚਾਹੀਦਾ। ਮੈਂ ਅੱਜ ਇਹ ਕਹਿ ਰਿਹਾ ਕਿ
ਜਿਹੜੇ ਲੀਡਰਾਂ ਨੂੰ ਅਸੀਂ ਵੋਟਾਂ ਪਾਈਆਂ, ਰਾਈਟ, ਅਸੀਂ ਜਿਹੜੇ ਲੀਡਰਾਂ ਨੂੰ ਵੋਟਾਂ ਪਾਈਆਂ ਅਸੀਂ ਉਹਨਾਂ ਨੂੰ ਇਸ ਕਰਕੇ ਵੋਟਾਂ ਪਾਈਆਂ ਕਿ ਪਹਿਲਾਂ ਸਾਡੇ ਆ ਕੇ ਪੈਰ ਫੜੋ, ਮੁੜ ਕੇ ਪੰਥ ਅਸੀਂ ਤੁਹਾਡੇ ਪੈਰ ਫੜੀਏ। ਭਾਜੀ ਸੋਚਣਾ ਤੇ ਪਹਿਲੇ ਹੀ ਚਾਹੀਦਾ ਸੀ ਜਨਤਾ ਨੂੰ, ਇੰਨੇ ਸਾਲਾਂ ਤੋਂ ਫੀਸਾਂ ਕਿਉਂ ਦਿੰਦੀ ਪਈ ਸੀ, ਇੰਨੇ ਸਾਲਾਂ ਤੋਂ ਫਿਰ ਕਿਉਂ ਝੇਲਦੇ ਪਏ ਸੀਗੇ। ਇਨੋਸੈਂਟ ਹਾਰਟ ਸਕੂਲ ਦੇ ਵਿੱਚ ਤੁਸੀਂ ਇੱਕ ਗੱਲ ਦੱਸੀ ਸੀ ਮੈਨੂੰ ਕਿ ਸੇਫਟੀ ਨਹੀਂ ਸੀ, ਜਦੋਂ ਮੈਨੂੰ ਤੁਸੀਂ ਪਹਿਲੀ ਵਾਰੀ ਕਿਹਾ ਸੀ ਕਿ ਯਾਰ ਥੋੜਾ ਦੇਖਿਓ ਬੱਸਾ ਬੁੱਸਾ ਦਾ, ਔਰ ਇੱਕ ਇਨਸੀਡੈਂਟ ਉਸ ਤੋਂ ਬਾਅਦ ਹੀ ਹੋ ਗਿਆ ਸੀਗਾ। ਸੋ ਪਹਿਲੇ ਜਨਤਾ ਕਿਉਂ ਚੁੱਪ ਰਹਿੰਦੀ ਹੈ, ਪਹਿਲੇ ਕਿਉਂ ਇੰਨੇ ਪੈਸੇ ਦਿੰਦੀ ਹੈ, ਇੰਨੇ ਮਹਿੰਗੇ ਫੀਸਾਂ ਕਿਉਂ ਦਿੰਦੀ ਹੈ, ਲੋਕਡਾਊਨ 'ਚ ਕਿਉਂ ਚੇਤਾ ਆਇਆ? ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਲੋਕਡਾਊਨ 'ਚ ਕਿਉਂ ਚੇਤਾ ਆਇਆ, ਮੈਂ ਕਹਿ ਰਿਹਾ ਮੈਂ ਆਪਣਾ ਪੱਖ ਰੱਖ ਰਿਹਾ। ਪਤਾ ਕੀ ਹੁੰਦਾ, ਮੈਂ ਤੁਹਾਨੂੰ ਦੱਸਦਾ ਕੀ ਹੁੰਦਾ। ਵੈਸੇ ਤਾਂ ਆਪਾਂ ਨੂੰ ਵੈਸੇ ਵੀ ਰੋਟੀ ਹੱਥ ਧੋ ਕੇ ਖਾਣੀ ਚਾਹੀਦੀ ਹੈ, ਆਪਾਂ ਨੂੰ ਆਪਣੇ ਆਸ-ਪਾਸ ਥੁੱਕਣਾ ਨਹੀਂ ਚਾਹੀਦਾ, ਆਪਾਂ ਨੂੰ ਹਾਈਜੀਨ ਰਹਿਣਾ ਚਾਹੀਦਾ, ਗੰਦੀਆਂ ਚੱਪਲਾਂ ਘਰਾਂ ਦੇ ਅੰਦਰ ਰਸੋਈਆਂ 'ਚ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ। ਲੇਕਿਨ ਇਹ ਕਰੋਨਾ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਅਕਲ ਆਣੀ। ਭਾਈ ਮੈਂ ਕੱਲ ਇਟਸ ਅ ਪਾਰਟ ਆਫ ਜੋਕ, ਮੈਂ ਸੋਚਦਾ ਸੀ ਇੰਨੇ ਹਾਈਜੀਨਿਕ ਨਹੀਂ ਸੀ ਤਾਂ ਹੀ ਬਚ ਗਏ। ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਸਾਡੀ ਇਮਿਊਨਿਟੀ ਜਿਹੜੀ ਹੈ ਉਹ ਕਾਫੀ ਸਟਰੋਂਗ ਹੈ, ਬਟ ਮੈਂ ਵੈਸੇ ਗੱਲ ਕਰਦਾ, ਮੈਂ ਸਾਰਿਆਂ ਨੂੰ ਹੀ ਲਾਂਤਾ ਪਾ ਰਿਹਾ, ਮੈਂ ਸਭ ਨੂੰ ਲਾਂਤਾ ਪਾ ਰਿਹਾ, ਮੈਂ ਸਭ ਨੂੰ ਲਾਂਤ ਇਸ ਕਰਕੇ ਪਾ ਰਿਹਾ ਕਿ ਜਦੋਂ ਦਿੱਲੀ ਦੇ ਇਲੈਕਸ਼ਨ ਹੋਏ ਸੀ ਨਾ, ਉਦੋਂ ਲੋਕੀ ਕਹਿੰਦੇ ਸੀ ਕੇਜਰੀਵਾਲ ਸਾਹਿਬ ਨੇ ਆਹ ਦੇਖੋ ਗਰੀਬਾਂ ਦੇ ਲਈ ਬਹੁਤ ਕੁਝ ਕੀਤਾ। ਜਦੋਂ ਸੈਂਟਰ ਦੇ ਇਲੈਕਸ਼ਨ ਹੋਏ ਸੀ ਉਦੋਂ ਲੋਕੀ ਕਹਿੰਦੇ ਸੀ ਆਹ ਦੇਖੋ ਮੋਦੀ ਨੇ ਲੋਕਾਂ ਲਈ ਬਹੁਤ ਕੁਝ ਕੀਤਾ। ਜਦੋਂ ਸਟੇਟ ਦੇ ਹੋਈ ਸੀ ਉਹ ਕਹਿੰਦੇ ਸੀ ਆਹ ਦੇਖੋ ਜੀ ਅਕਾਲੀ ਨੇ ਕੱਖ ਨਹੀਂ ਕੀਤਾ, ਕਾਂਗਰਸ ਆਊਗੀ ਇਹ ਬਹੁਤ ਕੁਝ ਕਰੂਗੀ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਸਾਡੀਆਂ ਸਰਕਾਰਾਂ ਕੋ ਇੰਨੇ ਪੈਸੇ ਨਹੀਂ ਹੈਗੇ ਕਿ 73 ਦਿਨ ਦਾਲ ਤੇ ਚੌਲ ਖਵਾ ਸਕਣ ਲੋਕਾਂ ਨੂੰ 3 ਟਾਈਮ। ਬਿਲਕੁਲ ਸਹਿਮਤ ਹਾਂ ਮੈਂ ਤੁਹਾਡੀ ਗੱਲ ਨਾਲ। ਸਾਡੀਆਂ ਸਰਕਾਰਾਂ ਕੋ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜਾ 20 ਲੱਖ ਕਰੋੜ ਰੁਪਏ ਦਾ ਪੈਕੇਜ ਦੇ ਦਿੱਤਾ, ਜਾਂ ਸਰਕਾਰਾਂ ਜਿਹੜੀਆਂ ਨੇ ਅਨਾਉਂਸ ਕਰਦੀਆਂ ਨੇ, ਫੰਡ ਅਨਾਉਂਸ ਕਰਦੀਆਂ ਨੇ, ਸਾਰਾ ਕੁਝ ਕਰਦੀਆਂ ਨੇ, ਕੀ ਸਾਡੀਆਂ ਸਰਕਾਰਾਂ ਸਾਡੇ ਯਾਰ ਭਾਜੀ ਦੇਖੋ ਕਰਪਸ਼ਨ ਰੋਕਣੀ ਹੋਵੇ ਬੜਾ ਸਿੰਪਲ ਜਿਹਾ ਫੰਡਾ ਹੁੰਦਾ। ਪਿੰਡਾਂ ਦੇ ਵਿੱਚ ਪੰਚ ਹੁੰਦੇ, ਸਰਪੰਚ ਹੁੰਦੇ, ਰਾਈਟ, ਸ਼ਹਿਰਾਂ 'ਚ ਕੌਂਸਲਰ ਹੁੰਦੇ, ਐਮਐਲਏ ਹੁੰਦੇ ਜੀ। ਇੱਕ ਕੌਂਸਲਰ ਨੂੰ 3 ਜਾਂ 4000 ਵੱਧ ਤੋਂ ਵੱਧ 10000 ਤੋਂ ਵੱਧ ਦੇ ਪੋਪੂਲੇਸ਼ਨ ਦੀ ਇਲਾਕਾ ਨਹੀਂ ਮਿਲਦਾ ਜੀ ਭਾਜੀ। 10000 ਵੀ ਮੈਂ ਜ਼ਿਆਦਾ ਕਹਿਤਾ। ਇੱਕ ਕੌਂਸਲਰ ਕੋ ਜੇ ਖਾਸਾ ਇੱਕ ਇਲਾਕਾ ਹੈ ਤੇ ਕੌਂਸਲਰ ਕੋ 20-50 ਬੰਦਿਆਂ ਦੀ ਟੀਮ ਵੀ ਹੁੰਦੀ ਹੈ ਜੀ ਭਾਜੀ। ਕੀ ਉਸ ਕੌਂਸਲਰ ਲਈ ਕਿੰਨਾ ਕੁ ਔਖਾ ਇਹ ਫਾਈਂਡ ਆਊਟ ਕਰਨਾ ਕਿ ਮੇਰੇ ਇਲਾਕੇ 'ਚ ਕਿਹੜੇ-ਕਿਹੜੇ ਬੰਦੇ ਘਰ ਰਾਸ਼ਨ ਨਹੀਂ ਹੈਗਾ। ਭਾਜੀ ਤੁਸੀਂ ਲੋਕਡਾਊਨ ਦੇ ਦੌਰਾਨ ਪਤਾ ਕਰ ਲਓ ਜਰਾ, ਤੁਹਾਡੇ ਕੋਲ ਤੇ ਪਬਲਿਕ ਜਲੰਧਰ ਪੰਜਾਬ ਦੀ ਜੁੜੀ ਹੈ ਜਾਂ ਲੁਧਿਆਣੇ ਦੀ, ਨਹੀਂ ਸੌਰੀ, ਜਿੱਦਾਂ ਤੁਸੀਂ ਕਹਿੰਦੇ ਨਾ ਮੈਂ ਐਕਸਪੋਜ਼ ਕਰੂੰਗਾ, ਤੁਹਾਡੇ ਨਾਲ ਲੋਕ ਜੁੜੇ ਹੋਏ ਨੇ, ਤੁਸੀਂ ਪ੍ਰੈਕਟੀਕਲੀ ਪੁੱਛੋ ਕਿ ਕਿੰਨੇ ਇੱਕ ਪੋਸਟ ਪਾ ਦਿੰਦੇ ਕੌਣ ਸੇ ਐਮਐਲਏ ਨੇ, ਕਾਉਂਸਲਰ ਨੇ ਆਪਕੋ ਹਾਲ ਚਾਲ ਪੁੱਛਾ। ਕਈਆਂ ਨੇ ਬਹੁਤ ਅੱਛਾ ਕੰਮ ਕੀਤਾ ਭਾਜੀ, ਕਈਆਂ ਨੇ ਬਹੁਤ ਵਧੀਆ, ਅਰੁਣਾ ਮਹਿਤਾ ਜੀ ਐਗਜ਼ੈਕਟਲੀ, ਕਈਆਂ ਨੇ ਕੀਤਾ ਭਾਜੀ, ਕਈਆਂ ਨੇ ਕੀਤਾ ਤਾਂ ਹੀ ਉਹ ਬਚੇ ਆ। 50 ਡੇਜ਼ ਦਿਨ ਰਾਤ ਸਵੇਰ ਸ਼ਾਮ ਕਾਂਗਰਸ ਦੇ ਨਾਲ ਰਿਲੇਟਡ ਨੇ, ਕੋਈ ਬੀਜੇਪੀ ਨਾਲ ਰਿਲੇਟਡ ਹੈ, ਸਾਰੇ ਕੋਈ ਨਾ ਕੋਈ ਅੱਛੇ ਬੁਰੇ ਸਭ ਚ ਨੇ। ਕਈਆਂ ਨੇ ਭਾਜੀ ਉਹਨਾਂ ਨੇ ਭਾਜੀ ਸਵੇਰੇ ਉੱਠ ਕੇ ਦੇਖੋ ਉਹਨਾਂ ਨੇ ਮਤਲਬ ਸਫਾਈ ਆਪਣਾ ਸਾਰੀ ਜ਼ਿੰਮੇਵਾਰੀ ਨਿਭਾਈ ਹੈ। ਔਰ ਕਈ ਕਹਿੰਦੇ ਆ ਕਿ ਸਾਨੂੰ ਤੇ ਕੋਵਿਡ-19 ਸਾਨੂੰ ਨਹੀਂ ਹੋ ਸਕਦਾ, ਅਸੀਂ ਨਹੀਂ ਨਿਕਲਣਾ। ਮੈਂ ਤੁਹਾਨੂੰ ਉਹੀ ਗੱਲ ਕਰਦਾ, ਗੱਲ ਪਾਰਟੀਆਂ ਦੀ ਨਹੀਂ ਹੈਗੀ, ਮੈਂ ਬਿਲਕੁਲ ਵੀ ਨਹੀਂ ਹੈ, ਗੱਲ ਤਾਂ ਨਾਰਮਲ ਸਭ ਦੀ ਹੈ ਜੀ। ਚੰਗੇ ਲੀਡਰ ਕਾਂਗਰਸ 'ਚ ਵੀ ਨੇ, ਬੀਜੇਪੀ 'ਚ ਵੀ ਨੇ, ਅਕਾਲੀਆਂ 'ਚ ਵੀ ਨੇ, ਆਮ ਆਦਮੀ ਪਾਰਟੀ 'ਚ ਨੇ, ਆਜ਼ਾਦ ਉਮੀਦਵਾਰ ਵੀ ਬਹੁਤ ਚੰਗੇ ਨੇ ਕਈ ਜੀ ਜੀ, ਕੋਈ ਵੀ ਹੋ ਸਕਦਾ। ਲੇਕਿਨ ਮੈਂ ਸਿਰਫ ਇੱਕ ਇਹ ਗੱਲ ਕਰਦਾ ਪਿਆ ਕਿ ਆਹ 2 ਮਹੀਨੇ ਬਾਅਦ ਇਹਨਾਂ ਨੇ ਅੱਜ ਪੰਜਾਬ ਤੋਂ ਕਰਫਿਊ ਚੱਕਦਾ, ਰਾਤੋਂ ਰਾਤ। ਮੈਂ ਇੱਕ ਪੋਸਟ ਪਾਈ ਸੀ ਕਰਫਿਊ ਚੱਕਦਾ ਕਿ ਰਾਤੋਂ ਰਾਤ ਇੰਨੇ ਲੋਕ ਠੀਕ ਹੋ ਗਏ, ਵੀ ਠੀਕ ਹੋਣੇ ਸ਼ੁਰੂ ਹੋ ਗਏ। ਹਾਂ ਭਾਜੀ, ਉਹ ਅਮਰੀਕਾ ਵਾਲੇ ਵੀ ਇਹਨਾਂ ਤੇ ਆ ਰਹੇ ਆ ਰਿਸਰਚ ਕਰਨ। ਔਰ ਮੈਂ ਸਿਰਫ ਇੱਕ ਇਹ ਛੋਟੀ ਜਿਹੀ ਗੱਲ ਜਾਣਨਾ ਚਾਹੁੰਦਾ ਕਿ ਚਲੋ 2 ਮਹੀਨੇ ਤੁਸੀਂ 2 ਮਹੀਨੇ ਬਾਅਦ ਕਰਫਿਊ ਚੱਕਿਆ, ਤੁਸੀਂ ਲੋਕਡਾਊਨ ਕੀਤਾ ਤਾਂ ਕਿ ਫੈਲੇ ਨਾ ਵਾਇਰਸ। ਤੁਸੀਂ 2 ਮਹੀਨੇ ਬਾਅਦ ਕਰਫਿਊ ਚੱਕਿਆ, ਤੁਸੀਂ ਕੀ ਤਿਆਰੀ ਕੀਤੀ ਅੱਗੇ ਲਈ? ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਤੇ ਇਹਨਾਂ ਕੋਲ ਜਵਾਬ ਨਹੀਂ ਕਿਸੇ ਤੋਂ ਵੀ ਅਸੀਂ ਤਿਆਰੀ ਕੀ ਕੀਤੀ ਹੈ। ਇਹ ਕਹਿੰਦੇ ਕਰੋਨਾ ਨਾਲ ਜੀਣਾ ਸਿੱਖ ਲਓ, ਅਸੀਂ ਸਿੱਖ ਲਵਾਂਗੇ। ਆ ਦੇਖ ਲਓ, ਮਹੀਨਾ ਠਹਿਰ ਜਾਓ ਭਾਜੀ, ਕਰੋਨਾ ਟੈਕਸ ਵੀ ਲੱਗ ਜਾਣਾ ਜੇ ਥੋੜੀ ਦੇਰ ਤੱਕ ਲੱਗ ਜਾਣਾ ਭਾਜੀ। ਕਰੋਨਾ ਟੈਕਸ ਭਾਜੀ ਇੱਕ ਮੇਰੀ ਬੇਨਤੀ, ਇੱਕ ਤੁਹਾਡੇ ਪਲੇਟਫਾਰਮ ਤੋਂ ਮੈਂ ਕੁਝ ਚੀਜ਼ਾਂ ਇਸ ਲਈ ਕਹਿਣਾ ਚਾਹੁੰਦਾ, ਤੁਹਾਡਾ ਬਹੁਤ ਪਿਆਰ ਕਰਦੀ ਦੁਨੀਆ ਜੁੜੀ ਹੈ, ਪਲੀਜ਼ ਲੋਕਾਂ ਨੂੰ ਵੀ ਮੈਸੇਜ ਦੇਣਾ ਕਿ ਤੁਹਾਨੂੰ ਆਪਣੀ ਸੁਰੱਖਿਆ ਖੁਦ ਕਰਨੀ ਪਏਗੀ। ਬਾਜ਼ਾਰ ਖੁੱਲੇ ਤੇ ਹਜ਼ਾਰਾਂ ਦੀ ਤਾਦਾਦ 'ਚ ਲੋਕ ਆ ਗਏ ਭਾਜੀ। ਦੇਖੋ ਹਰ ਚੀਜ਼ 'ਚ ਅਸੀਂ ਗਵਰਨਮੈਂਟ ਨੂੰ, ਜਿੱਦਾਂ ਤੁਸੀਂ ਕਹਿ ਰਹੇ ਕਿ ਹਰ ਕਿਸੇ ਇੱਕ ਪਾਰਟੀ ਨੂੰ ਨਹੀਂ ਕਹਿ ਸਕਦੇ, ਨੋ ਡਾਊਟ। 1 ਮਿੰਟ ਲੈਣਾ ਜੀ, 1 ਮਿੰਟ ਮੇਰੀ ਬੇਨਤੀ ਸੁਣਿਓ। ਗਵਰਨਮੈਂਟ ਕਿਤੇ ਠੀਕ ਹੈ ਕਿਤੇ ਗਲਤ ਹੈ, ਕੋਈ ਠੀਕ ਹੈ, ਉਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਜੋ ਤੁਸੀਂ ਕਹਿ ਰਹੇ ਹੋ ਮੈਂ ਉਹਦੇ ਨਾਲ 100% ਸਹਿਮਤ ਹਾਂ। ਪਰ ਮੈਂ ਇਹ ਰਿਕੁਐਸਟ ਕਰ ਰਿਹਾ ਤੁਹਾਡੇ ਪਲੇਟਫਾਰਮ ਦੇ ਥਰੂ ਵੀ ਕਿ ਲੋਕ ਵੀ ਆਪਣੀ ਸੁਰੱਖਿਆ ਧਿਆਨ ਰੱਖਣ, ਬਜ਼ੁਰਗਾਂ ਨੂੰ ਬਾਹਰ ਨਾ ਨਿਕਲਣ ਦੇਣ, ਬੱਚਿਆਂ ਨੂੰ ਨਾ ਨਿਕਲਣ ਦੇਣ। ਹਾਲੇ ਵੀ ਬਹੁਤ ਡੇਂਜਰਸ ਆਪਾਂ ਰਡਾਰ ਚੋਂ ਗੁਜ਼ਰ ਰਹੇ ਹਾਂ, ਲੋਕਾਂ ਦੀ ਮੈਂ ਤੁਹਾਨੂੰ ਬਹੁਤ ਜ਼ਰੂਰੀ ਹੈ।
ਲੋਕਾਂ ਦੀ ਕਰਤੂਤ ਦੱਸ ਦਿੰਨਾ। ਸ਼ੇਖਾਂ ਬਾਜ਼ਾਰ ਪੁਲਿਸ ਨੇ ਬੰਦ ਕਰਾਇਆ, ਇੰਨੀਆਂ ਜਨਾਨੀਆਂ ਇਕੱਠੀਆਂ ਹੋ ਗਈਆਂ ਸ਼ੇਖਾਂ ਬਾਜ਼ਾਰ 'ਚ। ਭਾਜੀ ਅੱਜ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਕਿ ਅੱਜ ਟਿੱਕੀ ਚਾਟ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਨਾ, ਉਹ ਰੀਅਲ ਹੈਗੀ, ਉਹ ਸ਼ੁਰੂ ਹੋ ਗਈ ਭਾਜੀ। ਤੁਹਾਨੂੰ ਚਾਹੀਦੀ ਦੱਸਿਓ, ਮੈਂ ਬੰਬੇ ਭੇਜ ਦਿੰਦਾ। ਗੱਲ ਦੇਖੋ, ਦੋਨੇ ਗੱਲਾਂ ਅਲੱਗ-ਅਲੱਗ ਨੇ। ਸਾਡੀ ਜ਼ਿੰਦਗੀ ਦੀ ਜਾਨ ਦੀ ਜ਼ਿੰਮੇਵਾਰੀ ਸਾਡੀ ਆਪਣੀ ਆ। ਜੇ ਅਸੀਂ ਧਿਆਨ ਨਹੀਂ ਰੱਖਾਂਗੇ ਸਾਡਾ ਹੀ ਨੁਕਸਾਨ ਆ। ਲੇਕਿਨ ਮੈਂ ਸਿਰਫ ਇਹ ਗੱਲ ਕਰਦਾ, ਸਰਕਾਰਾਂ ਦੀ ਜ਼ਿੰਮੇਵਾਰੀ ਕੀ ਹੈ? ਠੀਕ ਹੈ, ਸਰਕਾਰਾਂ ਲੋਕਾਂ ਨੂੰ ਸਾਫ਼ ਰਹਿਣ ਤੇ ਮਜਬੂਰ ਨਹੀਂ ਕਰ ਸਕਦੀਆਂ, ਲੇਕਿਨ ਸਰਕਾਰਾਂ ਦੀ ਜ਼ਿੰਮੇਵਾਰੀ ਕੀ ਹੈ? ਮੈਂ ਸਿਰਫ ਇਹ ਜਾਨਣਾ ਚਾਹੁੰਦਾ ਭਾਜੀ। ਉਹ ਤੇ ਤੁਹਾਨੂੰ ਲੋਕੀ ਤੁਹਾਡੇ ਕਮੈਂਟ 'ਚ ਦੱਸਦੇ ਪਏ ਆ। ਵੇਲੇ ਵੀ ਕੋਈ ਕਾਂਗਰਸ ਨੂੰ ਗਾਲਾਂ ਕੱਢੀ ਜਾਂਦਾ, ਕੋਈ ਬੀਜੇਪੀ ਨੂੰ ਕੱਢੀ ਜਾਂਦਾ, ਕੋਈ ਆਮ ਆਦਮੀ ਪਾਰਟੀ ਨੂੰ ਕੱਢੀ ਜਾਂਦਾ, ਗਾਲਾਂ ਸਾਰੇ ਕੱਢੀ ਜਾਂਦੇ। ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਪੂਰੇ ਹਿੰਦੁਸਤਾਨ 'ਚ 135 ਕਰੋੜ ਦੀ ਪੋਪੂਲੇਸ਼ਨ 'ਚ ਸਿਰਫ ਭਾਜੀ 3 ਤੋਂ 5% ਬੰਦਾ ਇਨਕਮ ਟੈਕਸ ਭਰਦਾ ਹੈ। ਭਾਜੀ ਮੈਨੂੰ ਜਦੋਂ ਤੁਸੀਂ ਕਿਹਾ ਸੀਗਾ ਕਿ ਰਵੀ ਜੀ ਅਸੀਂ ਇਨਕਮ ਟੈਕਸ ਅਲੱਗ ਭਰਦੇ ਆ, GST ਅਲੱਗ ਭਰਦੇ ਆ, ਤੇ ਮੈਂ ਕਿਹਾ ਪਤਾ ਨਹੀਂ ਇੰਨੀ ਕੋਈ ਗੱਲ। ਜਦੋਂ ਮੈਨੂੰ ਭਰਨੀ ਪਈ, ਮੈਨੂੰ ਉਦੋਂ ਅਹਿਸਾਸ ਹੋਇਆ ਕਿ ਉਹ ਕਿੰਨਾ ਜ਼ਿਆਦਾ ਕਹਿ ਰਿਹਾ ਕਿ ਫ੍ਰੀ ਦੇ ਵਿੱਚ ਬੱਤੀ ਵੰਡਣੀ, ਫ੍ਰੀ ਦੇ ਵਿੱਚ ਫਲਾਣਾ ਟਿਮਕਾ ਵੰਡਣਾ। ਉਹ ਵੰਡਣਾ ਤੇ ਮੈਡੀਕਲ ਫ੍ਰੀ ਕਰੋ, ਮੈਡੀਕਲ ਫ੍ਰੀ ਕਰੋ। ਲੋਕੀ ਆਪਣੇ ਘਰ ਦੇ ਬੁੜਿਆਂ ਨੂੰ ਘਰਾਂ ਚੋਂ ਕੱਢਦੇ ਪਤਾ ਕਿਉਂ? ਦਵਾਈਆਂ ਦੇ ਖਰਚੇ ਨਹੀਂ ਚੱਕ ਹੁੰਦੇ ਉਹਨਾਂ ਤੋਂ। ਤੁਹਾਡੇ ਨਾਲ ਥੱਲੇ ਤੁਹਾਡੇ ਕੋਈ ਵੀਅਰ ਕਮੈਂਟ ਕਰ ਰਿਹਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਕੋਈ ਨਹੀਂ ਹੈ, ਸਾਡੀ ਜ਼ਿੰਮੇਵਾਰੀ ਹੈ। ਉਹ ਵਿਚਾਰੇ, ਮੈਨੂੰ ਲੱਗਦਾ ਜਨਤਾ ਨੂੰ ਨਾ ਅਹਿਸਾਸ ਹੋ ਗਿਆ ਕਿ ਹਾਂਜੀ ਹੁਣ ਆਪ ਹੀ ਜ਼ਿੰਮੇਵਾਰੀ ਹੈ। ਬਿਲਕੁਲ ਆਪ ਵੀ ਜ਼ਿੰਮੇਵਾਰੀ ਚੱਕ ਲਓ, ਸੇਫ ਰਹੋ, ਹੀ ਬਹੁਤ ਹੈ। ਕਦੇ ਤੁਸੀਂ ਇਹ ਸੁਣਿਆ ਕਦੇ ਅੱਜ ਤੱਕ ਕਿ ਕਿਸੇ ਬੰਦੇ ਨੇ ਆਪਣੇ ਘਰੋਂ ਆਪਣੇ ਮਾਪਿਓ ਨੂੰ ਤਾਂ ਕੱਢਦਾ ਹੋਵੇ ਕਿ ਘਰੇ ਪੱਖਾ ਨਹੀਂ ਚੱਲਦਾ? ਇਸ ਲਈ ਘਰੋਂ ਕੱਢਦੇ ਆ ਵਿਚਾਰੇ, ਸਾਰੇ ਨਹੀਂ ਬਟ ਬਹੁਤ ਜ਼ਿਆਦਾ ਕਈ ਮਜਬੂਰ ਹੁੰਦੇ, ਉਹਨਾਂ ਕੋਲ ਦਵਾਈਆਂ ਦੇ ਖਰਚੇ ਨਹੀਂ ਚੱਕੇ ਜਾਂਦੇ, ਹਸਪਤਾਲਾਂ ਦੇ ਬਾਹਰ ਛੱਡ ਕੇ ਦੌੜ ਜਾਂਦੇ ਆ। ਨਹੀਂ ਭਾਜੀ, ਮੈਂ ਇੱਥੇ ਸਹਿਮਤ ਨਹੀਂ ਆ ਆਪਣੇ। ਨਹੀਂ ਭਾਜੀ, ਵਿਚਾਰੇ ਬਜ਼ੁਰਗ ਕੋਈ ਨਹੀਂ ਜੇ, ਸੌਰੀ। ਨਹੀਂ ਭਾਜੀ, ਰਹਿਣ ਦੇ ਤੁਸੀਂ। ਪਬਲਿਕ ਡੀਲਿੰਗ ਨਹੀਂ ਸੌਰੀ ਭਾਜੀ, ਪਬਲਿਕ ਡੀਲਿੰਗ ਤੁਸੀਂ ਹਾਂ ਦੋਨੋਂ ਕਰੋ, ਇੱਕ ਗੱਲ ਨਾ ਕਰੋ। ਦਵਾਈਆਂ ਕਰਨ ਨਹੀਂ, ਨੀਤਾਂ ਵੀ ਖਰਾਬ ਹੁੰਦੀਆਂ ਨੇ। ਨੂੰਹਾਂ ਸੱਸਾਂ ਵਾਲੀ ਗੱਲ ਜਾਂ ਪੇਰੈਂਟਸ ਦਾ ਰਿਗਾਰਡ ਨਾ ਕਰਨ ਵਾਲੀ ਗੱਲ ਵੀ ਹੁੰਦੀ ਹੈ। ਮੈਂ ਇਹ ਕਹਿ ਹੀ ਨਹੀਂ ਰਿਹਾ ਕਿ ਸਾਰਿਆਂ ਦੀਆਂ ਨੀਤਾਂ ਚੰਗੀਆਂ ਹੁੰਦੀਆਂ। ਹਾਂ, ਮੈਂ ਕਹਿ ਰਿਹਾ ਕੁਝ ਮਜਬੂਰ ਹੁੰਦੇ ਨੇ। ਹਾਂ ਕੋਈ ਐਕਟ ਵੀ ਕਰਦੇ ਆ, ਕੋਈ ਐਕਟਿੰਗ ਵੀ ਕਰਦੇ ਆ, ਮਜਬੂਰ ਹੁੰਦੇ ਨੇ। ਕਈ ਵਿਚਾਰੇ ਚਾਹੁੰਦੇ ਨੇ ਕੁਝ ਕਰਨਾ ਆਪਣੇ ਮਾਂ-ਬਾਪ ਲਈ। ਹਿੰਦੁਸਤਾਨ ਦੇ ਵਿੱਚ ਭਾਜੀ ਗਰਮੀ ਲੱਗਣ ਦੇ ਨਾਲ ਨਾ ਪੱਖਾ ਨਹੀਂ ਚੱਲਦਾ ਜਾਂ ਬਲਬ ਨਹੀਂ ਚੱਲਦਾ, ਨਾਲ ਕੋਈ ਬੰਦਾ ਨਹੀਂ ਮਰਿਆ ਅੱਜ ਤੱਕ। ਭੁੱਖ ਨਾਲ ਮਰਦੇ। ਬਿਲਕੁਲ ਇਲਾਜ ਨਾ ਮਿਲਣ ਨਾਲ ਮਰਦੇ। ਕੀ ਮੈਡੀਕਲ ਫ੍ਰੀ ਚਾਹੀਦਾ ਕਿ ਬੱਤੀ ਫ੍ਰੀ ਚਾਹੀਦੀ ਹੈ? ਬਿਲਕੁਲ ਭਾਜੀ, ਬਿਲਕੁਲ ਤੁਹਾਡੀ ਗੱਲ ਸਹਿਮਤ। ਸੋ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਨਾ ਬੇਵਕੂਫ ਬਣਾਉਂਦੀਆਂ। ਪੰਜਾਬ ਦੇ ਵਿੱਚ ਇਹਨਾਂ ਨੇ ਕਿਸਾਨਾਂ ਨੂੰ ਬੱਤੀ ਫ੍ਰੀ ਦਿੱਤੀ, ਦੇਣੀ ਵੀ ਚਾਹੀਦੀ ਹੈ, ਬਿਲਕੁਲ ਦੇਣੀ ਚਾਹੀਦੀ। ਬਟ ਕੀ ਇਹ ਮੇਕ ਸ਼ੋਰ ਨਹੀਂ 80% ਲੈਂਡ ਤਾਂ ਇਹਨਾਂ ਮੰਤਰੀਆਂ ਕੋਲ ਆਪ ਆ। कैसे हो बेटा? सो नमस्ते कह रहे हैं भैया, नमस्ते कह रहे हैं, हेलो कर रहे हैं। ਮੈਨੂੰ ਗੁੱਸਾ ਇਸ ਗੱਲ ਤੇ ਚੜਿਆ। पाजी ਤੁਹਾਡਾ छोटा भांजा भतीजा अंकल टीवी पे आते हैं। हाँ, ये अंकल टीवी पे आते हैं और ये हमारे दिल में भी है, घर में भी है, फेसबुक पे आके गालियां खाते हैं। चलो गॉड ब्लेस यू पाजी, तुसी कंटिन्यू करो। बेटा तंग कर रहा है। आ रहा हूं। ओके। अपना प्लीज मैसेज दियो, लोग सेफ रहन, अपनी सुरक्षा अपने हाथ च है, ये बहुत जरूरी है। थैंक यू सो मच भाजी, एंड ਤੁਹਾਡਾ ਰਿਗਾਰਡ ਹੈ, ਤੁਹਾਡੀਆਂ ਫੀਲਿੰਗਸ, ਤੁਹਾਡੇ ਜਜ਼ਬਾਤ परमात्मा करे सरकार भी मने, लोग भी मनन, और बेस्ट ऑफ लक फॉर सॉन्ग। थैंक यू सो मच, थैंक यू सो मच।